ਇੱਕ ਸਾਲ ਕਿਸਾਨ ਸੜਕਾਂ ਤੇ ਪੈ ਰਹੇ, ਪ੍ਰਧਾਨ ਮੰਤਰੀ ਖਾਮੋਸ਼ ਰਹੇ। 800 ਕਿਸਾਨ ਸ਼ਹੀਦ ਹੋ ਗਏ। ਪੂਰੀ ਬੀਜੇਪੀ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ਵਿੱਚ ਲੱਗੀ ਰਹੀ। ਕਦੇ ਕਿਸਾਨਾਂ ਨੂੰ ਖਾਲਿਸਤਾਨੀ, ਪਾਕਿਸਤਾਨੀ, ਨਕਸਲੀ, ਥਲੂਏ ਤੇ ਪਤਾ ਨਹੀਂ ਕੀ ਖਿਤਾਬ ਬੀਜੇਪੀ ਵਾਲਿਆਂ ਦਿੱਤੇ। ਹੁਣ ਵੋਟਾਂ ਨੇੜੇ ਇਹ ਵੇਖ ਸੁਰ ਬਦਲ ਰਹੇ ਨੇ। ਪ੍ਰਧਾਨ ਮੰਤਰੀ ਪੰਜਾਬੀਆਂ ਨਾਲ ਦਿਲਾਂ ਦੀ ਸਾਂਝ ਪਾ ਰਹੇ ਨੇ। ਪੰਜਾਬ ਨਾਲ ਜੁੜੇ ਪੁਰਾਣੇ ਕਿੱਸੇ ਸੁਣਾ ਰਹੇ ਨੇ। ਕਦੇ 1984 ਦਾ ਜ਼ਿਕਰ ਕਰ ਰਹੇ ਨੇ ਤਾਂ ਕਦੇ ਕਰਤਾਰਪੁਰ ਕੋਰੀਡੋਰ ਖੋਲਣ ਦਾ ਜ਼ਿਕਰ ਹੁੰਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਸਭ ਹੁਣ ਹੀ ਕਿਉਂ ਯਾਦ ਆ ਰਿਹਾ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਜੋਂ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦਿਲ ਦੇ ਕਰੀਬ ਇੱਕ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੇਖੀ ਹੈ ਅਤੇ ਉਹਨਾਂ ਦੇ ਦਿਲਾਂ ਦੀ ਗੱਲ ਜਾਣੀ ਹੈ। ਪੀਐਮ ਨੇ ANI ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ, ਮੈਂ ਉੱਤਰੀ ਰਾਜਾਂ ਖਾਸ ਤੌਰ ਤੇ ਪੰਜਾਬ ਨਾਲ ਜੁੜਿਆ ਹੋਇਆ ਹਾਂ। ਮੈਂ ਲੰਮੇ ਸਮੇਂ ਤੋਂ ਪੰਜਾਬ ਵਿੱਚ ਰਿਹਾ। ਮੈਂ ਇੱਥੇ ਇੱਕ ਭਾਜਪਾ ਵਰਕਰ ਵਜੋਂ ਵੀ ਕੰਮ ਕੀਤਾ ਹੈ। ਮੈਂ ਦੇਖਿਆ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ। ਮੈਂ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਦੀ ਇੱਕ ਰਾਤ ਦੀ ਘਟਨਾ ਉਸ ਸਮੇਂ ਸਾਂਝਾ ਕਰਦੇ ਹਾਂ ਜਦੋਂ ਉੱਥੇ ਅੱਤਵਾਦ ਆਪਣੇ ਸਿਖਰ ਤੇ ਸੀ ਅਤੇ ਸ਼ਾਮ ਤੋਂ ਬਾਅਦ ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਮੋਗਾ ਜਾਂ ਤਰਨਤਾਰਨ ਵਿੱਚ ਸੀ। ਮੈਨੂੰ ਬਿਲਕੁਲ ਯਾਦ ਨਹੀਂ ਹੈ ਅਤੇ ਮੈਂ ਅਗਲੇ ਸਟੇਸ਼ਨ ਤੇ ਜਾਣਾ ਸੀ ਪਰ ਕੰਮ ਕਾਰਨ ਲੇਟ ਹੋ ਗਿਆ। ਬਸ ਮੈਂ ਅਤੇ ਮੇਰਾ ਡਰਾਈਵਰ ਹੀ ਸੀ ਅਤੇ ਕਾਰ ਰਸਤੇ ਵਿੱਚ ਖਰਾਬ ਹੋ ਗਈ ਸੀ। ਅਸੀਂ ਕਾਰ ਨੂੰ ਧੱਕਾ ਦੇ ਰਹੇ ਸੀ ਜਦੋਂ ਨੇੜੇ ਦੇ ਖੇਤਾਂ ਚੋਂ 2-3 ਸਿੱਖ ਸਾਡੇ ਨਾਲ ਆ ਗਏ। ਮੈਂ ਸਿੱਖਾਂ ਨੂੰ ਪੁੱਛਿਆ ਕਿ ਨੇੜੇ ਕੋਈ ਮਕੈਨਿਕ ਹੈ, ਜਿਸ ਤੇ ਉਹਨਾਂ ਨੇ ਨਹੀਂ ਕਿਹਾ ਤਾਂ ਸਿੱਖਾਂ ਨੇ ਮੈਨੂੰ ਕਾਰ ਛੱਡਣ ਲਈ ਕਿਹਾ। ਉੱਥੇ ਖਾਣੇ ਅਤੇ ਰਾਤ ਦੇ ਠਹਿਰਨ ਦਾ ਪ੍ਰਬੰਧ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਭਾਜਪਾ ਦਾ ਵਰਕਰ ਹਾਂ ਤਾਂ ਉਹਨਾਂ ਨੇ ਕਿਹਾ, ਠੀਕ ਹੈ, ਤੁਸੀਂ ਅੱਜ ਇੱਥੇ ਹੀ ਰਹੋ। ਮੈਂ ਹੈਰਾਨ ਰਹਿ ਗਿਆ ਕਿ ਉਹਨਾਂ ਨੇ ਮੈਨੂੰ ਇੱਥੇ ਰਹਿਣ ਦਿੱਤਾ ਅਤੇ ਮੇਰੇ ਖਾਣੇ ਦੀ ਦੇਖਭਾਲ ਕੀਤੀ। ਅਤੇ ਫਿਰ ਸਵੇਰੇ ਉਹਨਾਂ ਦਾ ਪੁੱਤਰ ਗਿਆ ਅਤੇ ਮਕੈਨਿਕ ਨੂੰ ਮਿਲਿਆ। ਉਹਨਾਂ ਨੇ ਕਾਰ ਦੀ ਮੁਰੰਮਤ ਕਰਵਾਈ। ਪੀਐਮ ਮੋਦੀ ਨੇ ਫਿਰ ਦੁਹਰਾਇਆ ਕਿ ਉਸਨੇ ਪੰਜਾਬ ਦਾ ਦਿਲ ਦੇਖਿਆ ਅਤੇ ਕਿਹਾ, ਮੈਂ ਪੰਜਾਬ ਦਾ ਇਹ ਦਿਲ ਦੇਖ ਚੁੱਕਿਆ। ਮੈਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹਾਂ। मैं पंजाब की मेरा बड़ा नाता रहा है। मैं मेरी पार्टी का काम वहाँ करता था। मैं पंजाब के लोगों की जो वीरता है ना, मैंने देखी है। पंजाब के लोगों के दिल को मैं जानता हूँ। मैं आपको एक उदाहरण बताता हूँ। मैं अपनी पार्टी का काम करता था। उस समय तो ये आतंकवाद बड़ी एकदम हालत बड़ी ख़राब थी। शाम के बाद कोई निकल नहीं पाता था और मैं शायद मोगा में था या तरनतारण में था, मुझे याद नहीं है आज, और मुझे अगले स्टेशन पे जाना था। लेकिन कार्यक्रम के कारण देर हो गई। मैं और मेरे ड्राइवर दो ही थे, हम निकले और दुर्भाग्य से हमारी गाड़ी खराब हो गई रास्ते में। हम कोशिश कर रहे थे लेकिन गाड़ी चल नहीं रही थी। उस समय एक पुरानी एम्बेसडर मेरे पास थी। धक्के भी लगाए, कोशिश की, तो खेत में 2-3 लोग थे, सरदार थे, वो दौड़ते हुए आए। उन्होंने भी धक्के लगाने में मदद की लेकिन गाड़ी नहीं चली। फिर हमने कहा, भाई नज़दीक से हमें कोई मैकेनिक मिलेगा कि नहीं मिलेगा? तो साहब यहाँ तो अभी तो कोई मिलेगा नहीं, बहुत दूर दूर है। फिर उन्होंने मुझे कहा कि देखो भाई, तुम्हें बुरा न लगे तो एक बात करो। मैंने कहा, क्या? बोले, तुम गाड़ी यहाँ छोड़ दो, तुम और तुम्हारा ड्राइवर खेत में हमारे साथ चलो, हमारी वहाँ झोपड़ी है, वहीं खाना खा लो और रात को रुक जाओ। सरदार परिवार जिस प्रकार से उन्होंने मुझे संभाला, उन्होंने कहा, भाई कुछ भी हो तुम सुबह जाना, अब यहीं रुक जाओ। बाद में उनको पता चला मैं तो भाजपा का कार्यकर्ता हूँ। वो कहा, ठीक है भाई, तुम भाजपा के हो, कुछ भी हो, तुम आज रात मेरे यहाँ रुको। मैं हैरान हूँ जी, खेत में उन्होंने अपनी जो छोटी सी जगह होती है उसमें रखा, मेरा खान पान की व्यवस्था की और सुबह उनका बेटा जाकर के एक मैकेनिक को ले आया, गाड़ी ठीक की और मैंने पंजाब का ये दिल देखा है जी। इन सरदारों के भावों को जानता हूं मैं। पर ਵੱਡਾ ਸਵਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੋਂ ਦਿਲ ਕਿਉਂ ਨਾ ਪਿਸੀਜਿਆ ਜਦੋਂ ਕਿਸਾਨ ਸੜਕਾਂ ਤੇ ਦਮ ਤੋੜ ਰਹੇ ਸਨ। ਪ੍ਰਧਾਨ ਮੰਤਰੀ ਨੇ ਫਿਰ ਸਾਂਝਾ ਕੀਤਾ ਕਿ ਗੁਜਰਾਤ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਨੇ, ਖਾਸ ਕਰਕੇ ਕੱਛ ਖੇਤਰ ਵਿੱਚ ਖੇਤੀ ਨਾਲ ਜੁੜੇ ਹੋਏ ਨੇ। ਅੱਗੇ ਉਸਨੇ ਸਾਂਝਾ ਕੀਤਾ ਕਿ ਜਦੋਂ ਲਖਪਤ ਗੁਰਦੁਆਰੇ ਨੂੰ ਭੂਚਾਲ ਵਿੱਚ ਨੁਕਸਾਨ ਪਹੁੰਚਿਆ ਤਾਂ ਉਹ ਬਹੁਤ ਦੁਖੀ ਹੋਏ ਸਨ ਅਤੇ ਕਿਹਾ, ਮੈਂ ਰਾਜਸਥਾਨ ਤੋਂ ਮਜ਼ਦੂਰਾਂ ਨੂੰ ਲਿਆਂਦਾ ਅਤੇ ਉਹਨਾਂ ਨੂੰ ਕਿਹਾ ਕਿ ਉਹ ਗੁਰਦੁਆਰਾ ਉਸੇ ਤਰ੍ਹਾਂ ਦੁਬਾਰਾ ਬਣਾਓ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ चरण पाए सन। लखपत में गुरुद्वारा का भूकंप में नुकसान हुआ था। मैं वहाँ गया देखने के लिए, मुझे बड़ा दर्द हुआ।
तो मैं ऐसे ऐसे कारीगरों को लाया राजस्थान वगैरह बाहर से कि वैसा ही मुझे गुरुद्वारा बना के दो जो गुरु नानक देव जी के जहाँ चरण पड़े थे, बनाया दोबारा। आज कच्छ के अंदर जो हमारे सरदार परिवार हैं, बहुत बड़ी मात्रा में है, खेती करते हैं। जब वो इसका बात का वर्णन, उनकी आंखों में से आंसू आ जाता है जी। और मैं अभी कुछ दिन पहले भी एक वर्चुअल मीटिंग में मैंने उस गुरुद्वारा में सबसे बात की। मेरा इतना लगाव रहा है जी। आपने देखा होगा, एक किताब है पढ़ने जैसी है सरकार की, शायद अंग्रेजों के जमाने में जी भी सिख कौम के लिए नहीं हुआ है। अंग्रेजों के जमाने में, कांग्रेस के जमाने में तो हुआ ही नहीं है। ऐसे अनेक काम मैंने देश के कल्याण के लिए, हमारे सिख भाइयों की वीरता का सम्मान करने के लिए किए हैं। और मुझे गर्व है, चुनाव की जगह पर है, लेकिन मैं मानता हूं ये मेरे देश के वीर जवान हैं, मेरे देश के सच्चे किसान हैं। उनके कल्याण के लिए मैं जितना कर सकूंगा मैं करता रहूं। ਸਿੱਖਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਜ ਜਿੰਨਾ ਕੰਮ ਕਰ ਰਹੀ ਹੈ, ਉਨਾ ਪਹਿਲਾਂ ਕਿਸੇ ਵੀ ਸਰਕਾਰ ਨੇ ਖਾਸ ਕਰਕੇ ਕਾਂਗਰਸ ਨੇ ਭਾਈਚਾਰੇ ਲਈ ਨਹੀਂ ਕੀਤਾ। ਪੀਐਮ ਮੋਦੀ ਨੇ ਕਿਹਾ, ਮੇਰਾ ਮੰਨਣਾ ਹੈ ਕਿ ਪੰਜਾਬੀ ਦੇਸ਼ ਦੇ ਵੀਰ ਜਵਾਨ ਨੇ ਅਤੇ ਮੈਂ ਉਹਨਾਂ ਲਈ ਜੋ ਵੀ ਕਰ ਸਕਦਾ ਹਾਂ ਕਰਾਂਗਾ। ਸੋ ਇੱਥੇ ਸਵਾਲ ਪੁੱਛਣਾ ਬਣਦਾ ਹੈ ਕਿ ਹੁਣ ਬੀਜੇਪੀ ਪੰਜਾਬੀਆਂ ਨਾਲ, ਸਿੱਖਾਂ ਨਾਲ ਆਪਣੀ ਸਾਂਝ ਦੀ ਹਾਲ ਦੁਹਾਈ, ਪਰ ਜਦੋਂ ਕਿਸਾਨਾਂ ਨੂੰ ਸੜਕਾਂ ਤੇ ਰੋਲਿਆ ਉਸ ਵੇਲੇ ਇਹ ਸਾਂਝ ਯਾਦ ਕਿਉਂ ਨਹੀਂ ਆਈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।